ਕਬਿਤ ਦਿਓਤ ਕਰ ਚੰਡ ਮਹਿ ਨੀਤ ਨ੍ਰਿਪ ਦੰਡ ਮਹਿ ਦਾਨ ਗਜ ਗੰਡ ਮਹਿ ਸ਼ੋਭਤ ਅਪਾਰ ਹੈ। ਹਵੀ ਜਿਮ ਖੀਰ ਮਹਿ ਧੀਰ ਜਿਮ ਬੀਰ ਮਹਿ ਸੀਰ ਜਿਮ ਨੀਰ ਮਹਿ ਹੋਤ ਸੁਖ ਕਾਰ ਹੈ। ਦਿਓਤ ਕਰ ਚੰਡ ਮਹਿ ਨੀਤ ਨ੍ਰਿਪ ਦੰਡ ਮਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸ਼ਬਦਾ ਅਵਤਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਪਵਿੱਤਰ ਸਤ ਸੰਗਤ ਸਵਾਸਾਂ ਦੇ ਸਫਲ ਕਰਨ ਨੂੰ ਪ੍ਰਾਪਤ ਹੋਈ ਹੈ। ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਪਾਂਧਾ ਜੀ ਦੀ ਕਲਿਆਣ ਕੀਤੀ ਹੈ। ਪਾਂਧਾ ਜੀ ਦੇ ਮਨ ਦੇ ਸ਼ੰਕਿਆਂ ਦੇ ਉੱਤਰ ਦਿੱਤੇ। ਹਜ਼ੂਰ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ। ਪਾਂਧਾ ਜੀ ਗਿਆਨ ਪਾ ਕਰਕੇ ਸਦ ਸਦ ਹੋ ਗਏ, ਕ੍ਰਿਤ ਕ੍ਰਿਤ ਹੋ ਗਏ। ਸੱਚੇ ਪਾਤਸ਼ਾਹ ਦੇ ਆਪ ਮੁਹਾਰੇ ਚਰਨਾਂ ਤੇ ਟਹਿ ਪਏ। ਹੱਥ ਜੋੜ ਕੇ ਆਖਿਆ, ਮਹਾਰਾਜ ਆਪ ਨੇ ਕਿਰਪਾ ਕਰਕੇ ਬੁੱਧੀ ਦਿੱਤੀ ਹੈ, ਮੈਂ ਜਾਣ ਲਿਆ ਹੈ। ਹੇ ਨਿਰੰਕਾਰ, ਆਪ ਨੇ ਬਾਬੇ ਕਾਲੂ ਦੇ ਸਪੁੱਤਰ ਕਹਾਇਆ ਏ। ਜੀਆਂ ਦੇ ਸਿਰਾਂ ਤੋਂ ਪਾਪਾਂ ਦਾ ਭਾਰ ਲਾਉਣ ਲਈ ਆਏ ਹੋ। ਧਰਤੀ ਨੂੰ ਮਹਾਰਾਜ ਪਾਪਾਂ ਤੋਂ ਮੁਕਤ ਕਰਨ ਲਈ ਆਏ ਹੋ। ਹੇ ਸੱਚੇ ਪਾਤਸ਼ਾਹ, ਦੰਭ ਪਖੰਡ ਨੂੰ ਨਾਸ਼ ਕਰਨ ਲਈ ਆਏ ਹੋ। ਮੇਰੇ ਤੇ ਵੱਡੀ ਕਿਰਪਾ ਕੀਤੀ ਹੈ, ਮੈਨੂੰ ਸ਼ਾਂਤੀ ਦਾ ਦਾਨ ਦਿੱਤਾ ਏ। ਸਤਿਗੁਰਾਂ ਦੀ ਉਸਤਤ ਕਰਦੇ ਹੋਏ ਪਾਂਧਾ ਜੀ ਆਪਣੇ ਉਸ ਅਗਾਧ ਸੁੱਖ ਵਿੱਚ ਮਸਤ ਹੋ ਗਏ। ਐਸੀ ਸੁਰਤ ਜੁੜ ਗਈ ਕਿ ਸਾਰਾ ਸੰਸਾਰ ਜਿਹੜਾ ਉਹਦੇ ਵਿੱਚ ਵਾਹਿਗੁਰੂ ਜੀ ਦਾ ਸਰੂਪ ਪ੍ਰਤੱਖ ਹੋ ਗਿਆ। ਸੱਚੇ ਪਾਤਸ਼ਾਹ ਨੇ ਐਸੀ ਮਿਹਰ ਕੀਤੀ ਹੈ। ਇੱਥੇ ਪ੍ਰਸੰਗ ਸੰਪੂਰਨ ਹੋਇਆ। ਪਾਂਧਾ ਜੀ ਦੀ ਕਲਿਆਣ ਕੀਤੀ। ਅੱਗੇ ਹੁਣ 7ਵਾਂ ਅਧਿਆਇ ਆਰੰਭ ਹੋ ਰਿਹਾ ਹੈ। ਮੰਗਲਾ ਚਰਨ ਆ ਰਿਹਾ ਹੈ। ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰਾਂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਦਿਓਤ ਕਰ ਚੰਡ ਮਹਿ ਨੀਤ ਨ੍ਰਿਪ ਦੰਡ ਮਹਿ। ਕਵਿਰਾਜ ਜੀ ਮੰਗਲਾ ਚਰਨ ਕਰਦੇ ਐ। ਕਹਿੰਦੇ ਐ ਦਿਓਤ ਕਰ ਚੰਡ ਮੈਂ। ਦਿਓਤ ਕਹਿੰਦੇ ਐ ਸੂਰਜ ਨੂੰ। ਸੂਰਜ ਦੀਆਂ ਜਿਹੜੀਆਂ ਕਰ ਕਿਰਨਾਂ ਹੁੰਦੀਆਂ ਹਨ, ਉਸ ਦੇ ਅੰਦਰ ਚੰਡ ਜਿਹੜੀ ਗਰਮੈਸ਼ ਹੈ, ਨਿੱਘ ਹੈ, ਉਹ ਸ਼ੋਭਾ ਪਾਉਂਦੀ ਹੈ। ਜੋ ਸੂਰਜ ਵੈ ਇਹ ਨਿੱਘ ਤੋਂ ਬਿਨਾਂ ਕਿਵੇਂ ਸ਼ੋਭਾ ਪਾ ਸਕਦਾ ਹੈ। ਸੂਰਜ ਦੀਆਂ ਕਿਰਨਾਂ ਵਿੱਚ ਜਿਵੇਂ ਨਿੱਘ ਗਰਮੈਸ਼ ਜਿਹੜੀ ਹੈ ਉਹ ਸ਼ੋਭਾ ਪਾਉਂਦੀ ਹੈ। ਨੀਤ ਨ੍ਰਿਪ ਦੰਡ ਮਹਿ। ਜਿਹੜਾ ਨ੍ਰਿਪ ਰਾਜਾ ਹੁੰਦਾ ਹੈ ਉਹਦੇ ਦੰਡ ਸਜ਼ਾ ਦੇਣ ਦੇ ਅੰਦਰ ਜਿਹੜੀ ਹੈ ਨੀਤੀ ਹੁੰਦੀ ਹੈ। ਉੱਥੇ ਰਾਜੇ ਦੇ ਸਜ਼ਾ ਦੇਣ ਦੇ ਅੰਦਰ ਨੀਤੀ ਜਿਹੜੀ ਹੈ ਉਹ ਸ਼ੋਭਾ ਪਾਉਂਦੀ ਹੈ। ਜਿਵੇਂ ਸੂਰਜ ਦੇ ਅੰਦਰ ਨਿੱਘ ਜਿਹੜਾ ਹੈ ਉਹ ਸ਼ੋਭਾ ਪਾਉਂਦਾ ਸੂਰਜ ਦੀਆਂ ਕਿਰਨਾਂ ਵਿੱਚ, ਇਵੇਂ ਰਾਜੇ ਦੇ ਦੰਡ ਦੇਣ ਵਿੱਚ, ਸਜ਼ਾ ਦੇਣ ਵਿੱਚ ਨੀਤੀ ਸ਼ੋਭਾ ਪਾਉਂਦੀ ਹੈ। ਦਾਨ ਗਜ ਗੰਡ ਮਹਿ। ਜਿਹੜਾ ਗਜ ਹਾਥੀ ਹੈ ਉਹਦੇ ਗੰਡ ਸਥਲ ਵਿੱਚ ਮਦ ਚੋਂਦਾ ਹੁੰਦਾ ਹੈ। ਜੋ ਹਾਥੀ ਦੀਆਂ ਪੁੜਪੁੜੀਆਂ ਹੁੰਦੀਆਂ ਗੱਲਾਂ ਤੱਕ ਇਹ ਗੰਡ ਸਥਲ ਕਿਹਾ ਜਾਂਦਾ ਹੈ।
ਇਸ ਦੇ ਵਿੱਚੋਂ ਜੋ ਮੱਧ ਚੋਂਦਾ ਹੈ ਉਹਦੀ ਬਾਬਤ ਕਵੀ ਜੀ ਕਹਿੰਦੇ ਨੇ ਕਿ ਹਾਥੀ ਤਾਂ ਹੀ ਸੋਭਾ ਪਾਉਂਦਾ ਜੇ ਉਹਦੇ ਗੰਢ ਸਥਲ ਵਿੱਚੋਂ ਮੱਧ ਚੋਂਦਾ ਹੈ। ਸ਼ੋਭਤ ਅਪਾਰ ਹੈ। ਇਹ ਸਾਰੀਆਂ ਚੀਜ਼ਾਂ ਪਾਰਾਵਾਰ ਤੋਂ ਰਹਿਤ ਸੋਭਾ ਪਾਉਂਦੀਆਂ ਹਨ। ਸੂਰਜ ਦੇ ਵਿੱਚ ਗਰਮੀ, ਰਾਜੇ ਦੇ ਦੰਡ ਦੇਣ ਵਿੱਚ ਨੀਤੀ। ਹਾਥੀ ਤਾਂ ਸੋਭਾ ਪਾਉਂਦਾ ਜੇ ਉਹਦੇ ਗੰਢ ਸਥਲ ਵਿੱਚੋਂ ਮੱਧ ਚੋਂਦਾ ਹੋਵੇ। ਸ਼ੋਭਤ ਅਪਾਰ ਹੈ। ਬਹੁਤੀਆਂ ਹੀ ਪਾਰਾਵਾਰ ਤੋਂ ਰਹਿਤ ਚੀਜ਼ਾਂ ਇਹ ਤਾਂ ਸੋਭਾ ਪਾਉਂਦੀਆਂ। ਫਿਰ ਕਹਿੰਦੇ ਜੇ ਗਰਮੈਸ਼ ਨਾ ਹੋਵੇ ਸੂਰਜ ਕੀ ਸੋਭਾ ਪਾ ਸਕਦਾ ਹੈ। ਰਾਜੇ ਦੇ ਸਜ਼ਾ ਦੇਣ ਵਿੱਚ ਕੋਈ ਨੀਤੀ ਨਾ ਹੋਵੇ ਤਾਂ ਫਿਰ ਤਾਂ ਜ਼ੁਲਮ ਹੋ ਜਾਏਗਾ। ਪਤਾ ਨਹੀਂ ਕਿਹਨੂੰ ਫੜ ਫੜ ਕੇ ਕਿਵੇਂ ਸਜ਼ਾ ਦੇਈ ਜਾਵੇ। ਅਪਰਾਧੀ ਜਾਣ ਤੋਂ ਬਿਨਾਂ ਹੀ ਜਿਹੜਾ ਹੈ ਨਿਰਦੋਸ਼ ਨੂੰ ਹੀ ਸਜ਼ਾ ਦੇਈ ਜਾਵੇ। ਨੀਤੀ ਨਾਲ ਵਿਚਾਰ ਕੇ ਸਜ਼ਾ ਦਿੰਦਾ। ਤਾਂ ਕਰਕੇ ਜਿਹੜੀ ਹੈ ਨੀਤੀ ਜਿਹੜੀ ਹੈ ਰਾਜੇ ਦੇ ਦੰਡ ਦੇਣ ਵਿੱਚ ਸੋਭਾ ਪਾਉਂਦੀ ਹੈ। ਇਸੇ ਤਰ੍ਹਾਂ ਕਹਿੰਦੇ ਹਾਥੀ ਵੀ ਤਾਂ ਸੋਭਾ ਪਾਉਂਦਾ ਜੇ ਗੰਢ ਸਥਲ ਵਿੱਚੋਂ ਮੱਧ ਚੋਂਦਾ ਏ। ਹਵੀ ਜਿਮ ਖੀਰ ਮਹਿ। ਹੁਣ ਦੂਸਰੀ ਪੰਕਤੀ ਵਿੱਚ ਫਿਰ ਦੱਸਦੇ ਆ, ਕਹਿੰਦੇ ਆ ਹਵੀ ਥੰਧਾਈ, ਹਵੀ ਘਿਓ, ਖੀਰ ਕਹਿੰਦੇ ਦੁੱਧ ਨੂੰ। ਕਹਿੰਦੇ ਦੁੱਧ ਵਿੱਚ ਜਿਹੜਾ ਨਾ ਘਿਓ ਉਹ ਸੋਭਾ ਪਾਉਂਦਾ ਹੈ। ਘਿਓ ਤੋਂ ਬਿਨਾਂ ਦੁੱਧ ਕੀ ਸੋਭਾ ਪਾ ਸਕਦਾ ਹੈ। ਇਸ ਪ੍ਰਕਾਰ ਕਹਿੰਦੇ ਆ ਘਿਓ ਵਾਲਾ ਦੁੱਧ ਹੀ ਜਿਹੜਾ ਹੈ ਉਹ ਸੋਭਾ ਪਾਉਂਦਾ ਏ। ਧੀਰ ਜਿਮ ਬੀਰ ਮਹਿ। ਤੇ ਜਿਵੇਂ ਬੀਰ ਸੂਰਮੇ ਦੇ ਅੰਦਰ ਧੀਰਜ ਸੋਭਾ ਪਾਉਂਦੀ ਹੈ। ਜੇ ਧੀਰਜ ਨਾ ਹੋਵੇ ਸੂਰਬੀਰ ਕਹਾ ਹੀ ਨਹੀਂ ਸਕਦਾ। ਜਿਹੜਾ ਝਾਟੀ ਨਿੱਕੀ ਜੀ ਗੱਲ ਤੋਂ ਹੀ ਲੜ ਪੈਂਦਾ ਹੈ, ਸ਼ਸਤਰ ਕੱਢ ਲੈਂਦਾ, ਉਹ ਧੂਰ ਜਿਹੜਾ ਸੂਰਮਾ ਨਹੀਂ ਖਵਾ ਸਕਦਾ ਹੈ। ਧੀਰਜ ਜਿਹੜਾ ਨਾ ਸੂਰਬੀਰ ਦਾ ਗਹਿਣਾ ਹੁੰਦਾ ਹੈ। ਜਦੋਂ ਸਾਰੇ ਹੀਲੇ ਮੁੱਕ ਜਾਣ ਨਾ ਉਦੋਂ ਫਿਰ ਸ਼ਸਤਰ ਕੱਢ ਲੈਂਦਾ ਹੈ ਸੂਰਬੀਰ ਯੋਧਾ। ਫਿਰ ਉਹਦਾ ਸ਼ਸਤਰ ਜਿਹੜਾ ਨਾ ਜ਼ੁਲਮ ਨਾਸ਼ ਕੀਤੇ ਤੋਂ ਬਿਨਾਂ ਨਹੀਂ ਫਿਰ ਜਿਹੜਾ ਹੈ ਉਹ ਗਾਤਰੇ ਹੁੰਦਾ। ਉਹ ਜ਼ੁਲਮ ਨੂੰ ਖਤਮ ਕਰਕੇ ਹੀ ਸ਼ਸਤਰ ਫਿਰ ਗਾਤਰੇ ਕਰਦਾ ਹੈ। ਜਿਹੜਾ ਸੂਰਬੀਰ ਹੈ ਨਾ ਉਹਦੇ ਅੰਦਰ ਜਿਵੇਂ ਧੀਰਜ ਸੋਭਾ ਪਾਉਂਦੀ ਹੈ, ਧੀਰਜ ਵਾਲਾ ਸੂਰਬੀਰ ਸੋਭਾ ਪਾਉਂਦਾ ਏ। ਸੀਰ ਜਿਮ ਨੀਰ ਮਹਿ। ਫਿਰ ਨੀਰ ਜਲ ਦੇ ਅੰਦਰ ਜਿਵੇਂ ਸੀਤਲਤਾ ਸੋਭਾ ਪਾਉਂਦੀ ਹੈ। ਜਿਹੜੀ ਸੀਤਲਤਾ ਹੈ, ਠੰਡਕਤਾ, ਇਹ ਜਲ ਦੇ ਅੰਦਰ ਸੋਭਾ ਪਾਉਂਦੀ ਹੈ। ਹੋਤ ਸੁਖ ਕਾਰ ਹੈ। ਇਹ ਹੁੰਦੀਆਂ ਹਨ ਸਾਰੀਆਂ ਚੀਜ਼ਾਂ ਸੁਖਕਾਰੀ। ਧੀਰਜ ਸੂਰਬੀਰੇ ਦੇ ਅੰਦਰ ਸੁਖਕਾਰੀ ਹੁੰਦੀ ਹੈ। ਸੀਤਲਤਾਈ ਜਲ ਦੇ ਅੰਦਰ ਸੁਖਕਾਰੀ ਹੁੰਦੀ ਹੈ। ਕਿਉਂਕਿ ਐਨ ਠੰਡੇ ਜਲ ਨਾਲ ਇਸ਼ਨਾਨ ਕਰਕੇ ਸਰੀਰ ਖਿੜ ਜਾਂਦਾ ਹੈ। ਇਹ ਜਲ ਦਾ ਗਹਿਣਾ ਮੰਨੀ ਜਾਂਦੀ ਹੈ ਸੀਤਲਤਾਈ। ਤੇ ਇਸ ਪ੍ਰਕਾਰ ਹਵੀ ਜਿਮ ਖੀਰ ਮਹਿ। ਤੇ ਘਿਓ ਜਿਹੜਾ ਹੈ ਇਹ ਦੁੱਧ ਦਾ ਗਹਿਣਾ ਮੰਨਿਆ ਜਾਂਦਾ ਹੈ। ਦੁੱਧ ਦੇ ਵਿੱਚ ਘਿਓ ਜਿਸ ਤਰ੍ਹਾਂ ਸੋਭਾ ਪਾਉਂਦਾ ਹੈ, ਇਹ ਸਾਰੀਆਂ ਹੀ ਚੀਜ਼ਾਂ ਹੋਤ ਸੁਖਕਾਰ ਹੈ, ਸੁਖਕਾਰੀ ਹੁੰਦੀਆਂ ਹਨ। ਜੌਨ ਜਿਮ ਇੰਦ ਮਹਿ। ਫਿਰ ਇੰਦ ਜਿਹੜਾ ਚੰਦਰਮਾ ਹੈ ਉਹਦੇ ਵਿੱਚ ਜਿਸ ਤਰ੍ਹਾਂ ਜੌਨ ਚਾਂਦਨੀ ਸੋਭਾ ਪਾਉਂਦੀ ਹੈ। ਜੇ ਚੰਦਰਮੇ ਦੀ ਚਾਂਦਨੀ ਨਾ ਹੋਵੇ ਤਾਂ ਕੀ ਚੰਦਰਮਾ ਨੇ ਸੋਭਾ ਪਾਉਣੀ ਹੈ। ਇਸ ਤਰ੍ਹਾਂ ਚੰਦਰਮੇ ਦੇ ਵਿੱਚ ਚਾਂਦਨੀ ਹੈ ਤਾਂ ਕਰਕੇ ਸੋਭਾ ਪਾਉਂਦਾ ਏ। ਗੰਧ ਅਰਬਿੰਦ ਮਹਿ। ਤੇ ਅਰਬਿੰਦ ਜਿਹੜਾ ਕਮਲ ਫੁੱਲ ਵੈ ਉਹਦੇ ਅੰਦਰ ਜਿਵੇਂ ਸੁਗੰਧੀ ਸੋਭਾ ਪਾਉਂਦੀ ਹੈ। ਜੇ ਸੁਗੰਧੀ ਨਾ ਹੋਵੇ ਤਾਂ ਫੁੱਲ ਦੀ ਕੀ ਜਿਹੜੀ ਅਹਿਮੀਅਤ ਹੈ। ਫੁੱਲ ਨੇ ਕੀ ਸੋਭਾ ਪਾਉਣੀ ਹੈ। ਸੁਗੰਧੀ ਸ਼ਿੰਗਾਰ ਹੈ ਜਿਵੇਂ ਕਮਲ ਫੁੱਲ ਦਾ। ਮੋਖ ਤਤ ਬਿੰਦ ਮਹਿ। ਜਿਹੜਾ ਤਤ ਦੇ ਸਿਧਾਂਤ ਦੇ ਬਿੰਦ ਜਾਣਨ ਵਾਲਾ ਹੈ, ਮਹਾਂਪੁਰਖ ਬ੍ਰਹਮ ਗਿਆਨੀ, ਉਹਦੇ ਅੰਦਰ ਮੋਕਸ਼ ਸੋਭਾ ਪਾਉਂਦਾ ਹੈ। ਉਹ ਆਪ ਮੁਕਤ ਹੁੰਦਾ ਹੈ। ਆਪ ਮੁਕਤ ਕਰੈ ਸੰਸਾਰ। ਐਸੀ ਉਹਦਾ ਮੁਕਤੀ ਜਿਹੜਾ ਨਾ ਉਹਦਾ ਸ਼ਿੰਗਾਰ ਹੈ, ਉਹਦਾ ਗਹਿਣਾ ਹੈ। ਇਹ ਸਾਰੇ ਅਲੰਕਾਰ ਬੰਨ੍ਹਦੇ ਹੋਏ ਕਵੀਰਾਜ ਫਰਮਾਉਂਦੇ ਆ। ਜਾਨ ਨਿਰਧਾਰ ਹੈ। ਜਾਨਣਾ ਕਰੋ ਇੱਕ ਰਸ ਹਨ। ਇਹ ਚੀਜ਼ਾਂ ਸਾਰੀਆਂ ਸੋਭਾ ਪਾਉਂਦੀਆਂ ਹਨ। ਸਵੱਛ ਜਸ ਦਾਨ ਮਹਿ। ਤੇ ਫਿਰ ਕਹਿੰਦੇ ਸਵੱਛ ਉਜਲ ਜਸ ਜਿਹੜਾ ਨਾ ਉਹ ਦਾਨ ਕਰਨ ਦੇ ਅੰਦਰ ਸੋਭਾ ਪਾਉਂਦਾ ਹੈ। ਜਿਨ ਸੂਮ ਨੇ ਦਾਨ ਨਹੀਂ ਕਰਨਾ ਉਹਦਾ ਜਸ ਕਿਸੇ ਕੀ ਕਰਨਾ। ਹਰ ਕੋਈ ਉਹਦੀ ਜਿਹੜੀ ਹੈ ਬਤ ਕੋਈ ਹੀ ਕਰਦਾ ਕਿ ਬੜਾ ਸੂਮ ਹੈ ਭਾਈ। ਇਸ ਤਰ੍ਹਾਂ ਜਿਹੜਾ ਦਾਨ ਕਰਨਾ ਹੈ ਨਾ, ਦਾਨ ਕਰਨ ਦੇ ਅੰਦਰ ਉਜਲ ਜਸ ਜਿਹੜਾ ਹੈ ਉਹ ਸੋਭਾ ਪਾਉਂਦਾ ਏ। ਤਾਨ ਜਿਮ ਗਾਨ ਮਹਿ। ਤੇ ਜਿਸ ਗਾਉਣ ਦੇ ਵਿੱਚ ਤਾਨ ਹੀ ਨਾ ਹੋਵੇ, ਸੁਰ ਨਾ ਰਲਦੀ ਹੋਵੇ ਤੇ ਐਵੇਂ ਘਾਂ ਘਾਂ ਹੀ ਕਰਦਾ ਹੋਵੇ, ਨਾ ਸੁਰ ਨਾ ਤਾਲ, ਤੇ ਫਿਰ ਕਿਸੇ ਕੀ ਸੁਣਨਾ ਹੈ। ਇਵੇਂ ਸੁਰ ਤੇ ਤਾਲ ਜਿਵੇਂ ਗਾਉਣ ਦੇ ਵਿੱਚ ਸੋਭਾ ਪਾਉਂਦੇ ਹੈ,
ਸੁਰ ਵੀ ਰਲ ਜੇ, ਤਾਲ ਵੀ ਰਲ ਜੇ, ਐਨ ਤਾਨਾ ਰਲ ਜਾਣ ਜਦੋਂ, ਫਿਰ ਸੁਣਨ ਵਾਲੇ ਤੇ ਵੀ ਅਸਰ ਪੈਂਦਾ ਹੈ। ਇਉਂ ਸੋਭਾ ਪਾਉਂਦੀ ਹੈ ਉਹ ਸੁਰੀਲੀ ਆਵਾਜ਼ ਜਿਸ ਦੇ ਅੰਦਰ ਸੁਰ ਹੈ। ਤੋ ਇਹ ਤਾਨਾ ਦੇ ਨਾਲ ਗਾਉਣਾ ਜਿਹੜਾ ਹੈ ਉਹ ਸੋਭਾ ਪਾਉਂਦਾ ਏ। ਗ੍ਰੰਥ ਗੁਰ ਗਿਆਨ ਮਹਿ ਤੈਸੇ ਰਸ ਸਾਰ ਹੈ। ਇੰਨੇ ਵੱਡੇ ਸਾਰੇ ਅਲੰਕਾਰ ਦੇ ਕਰਕੇ ਕਹਿੰਦੇ ਐ, ਇਸੇ ਤਰ੍ਹਾਂ ਜਿਹੜੀਆਂ ਸਾਰੀਆਂ ਚੀਜ਼ਾਂ ਸੋਭਾ ਪਾ ਰਹੀਆਂ ਹਨ, ਜਿਵੇਂ ਫੁੱਲ ਵਿੱਚ ਖੁਸ਼ਬੂ ਸੋਭਾ ਪਾਉਂਦੀ ਹੈ, ਚੰਦਰਮਾ ਵਿੱਚ ਚਾਂਦਨੀ ਸੋਭਾ ਪਾਉਂਦੀ ਹੈ, ਸੂਰਜ ਵਿੱਚ ਗਰਮੈਸ਼ ਸੋਭਾ ਪਾਉਂਦੀ ਹੈ, ਦੁੱਧ ਵਿੱਚ ਘਿਓ ਸੋਭਾ ਪਾਉਂਦਾ ਹੈ, ਹਾਥੀ ਵਿੱਚ ਗੰਡ ਸਥਲ ਤੋਂ ਮੱਧ ਚੋਂਦਾ ਹੋਇਆ ਸੋਭਾ ਪਾਉਂਦਾ ਹੈ, ਇਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਹਾਨ ਗਿਆਨ ਸੋਭਾ ਪਾ ਰਿਹਾ ਹੈ। ਗਿਆਨ ਦੇ ਸਾਗਰ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਪੰਕਤੀ ਫਿਰ ਪੜੋ। ਗ੍ਰੰਥ ਗੁਰ ਗਿਆਨ ਮਹਿ ਤੈਸੇ ਰਸ ਸਾਰ ਹੈ। ਤੈਸੇ ਰਸ ਸਾਰ ਹੈ। ਇਹ ਜਿਹੜਾ ਗਿਆਨ ਹੈ ਨਾ, ਫਿਰ ਇਹ ਗਿਆਨ ਫਿੱਕਾ ਨਹੀਂ, ਸਾਰ ਸ੍ਰੇਸ਼ਟ ਪ੍ਰੇਮ ਦੇ ਰਸ ਨਾਲ ਭਰਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਹੈ। ਗੁਰੂ ਮਹਾਰਾਜ ਸਾਹਿਬ ਜੀ ਦਾ ਜਿਹੜਾ ਗਿਆਨ ਹੈ, ਇਹ ਕੇਵਲ ਖੁਸ਼ਕ ਗਿਆਨ ਨਹੀਂ, ਫੋਕਾ ਗਿਆਨ ਨਹੀਂ, ਇਹ ਪ੍ਰੇਮ ਰਸ ਨਾਲ ਸਰਸਾਰ ਹੋਇਆ, ਜਿਹੜਾ ਸਰਸਬਜ ਹੋਇਆ ਗਿਆਨ ਹੈ। ਇਸ ਗਿਆਨ ਦੇ ਨਾਲ ਵਾਹਿਗੁਰੂ ਵਿੱਚ ਅਭੇਦਤਾ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰੇਮ ਰਸ, ਪ੍ਰੇਮਾ ਭਗਤੀ ਦਾ ਸ਼ੁਭ ਗਿਆਨ ਜਿਹੜਾ ਨਾ, ਉਹ ਸੋਭਾ ਪਾ ਰਿਹਾ ਏ। ਸ੍ਰੀ ਬਾਲਾ ਸੰਧੁਰ ਵਾਚ। ਸ੍ਰੀ ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ। ਦੋਹਰਾ ਸਹਿਜ ਸੁਭਾਇਕ ਮੁਕਤ ਦਾ। ਤਾਂ ਹੁਣ ਅੱਗੇ ਪ੍ਰਸੰਗ ਆਰੰਭਤਾ ਕਰਦੇ ਐ। ਸਹਿਜ ਸੁਭਾਏ ਸੁਤੇ ਸਿੱਧ ਹੀ ਮੁਕਤੀ ਦਾਤਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਆਵਤ ਭਏ ਅਵਾਸ। ਸੱਚੇ ਪਾਤਸ਼ਾਹ ਜੀ ਨਾ ਹੁਣ ਪਾਂਧਾ ਜੀ ਨੂੰ ਨਿਹਾਲ ਕਰਤਾ। ਸਵੇਰੇ ਸਵੇਰੇ ਜਦੋਂ ਪਾਠਸ਼ਾਲਾ ਚ ਮਹਾਰਾਜ ਅਜੇ ਸ਼ੁਰੂ ਹੀ ਕੀਤੀ ਸੀਗੀ, ਪਹਿਲੀ ਕਲਾਸ ਸੀ, ਤੇ ਉਹਦੇ ਚ ਹੀ ਮਹਾਰਾਜ ਸਾਹਿਬ ਨੇ ਪਾਂਧਾ ਜੀ ਨੂੰ ਨਿਹਾਲ ਕਰਤਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮੁਕਤੀ ਦਾਤਾ ਗਰੀਬ ਨਵਾਜ ਆਵਤ ਭਏ, ਫਿਰ ਪੜੋ। ਆਵਤ ਭਏ ਅਵਾਸ। ਮਹਾਰਾਜ ਆਪਣੇ ਘਰ ਆ ਗਏ ਸੱਚੇ ਪਾਤਸ਼ਾਹ ਜੀ। ਪਦ ਨੂਪਰ ਕਟ ਕਿੰਕਨੀ। ਮਹਾਰਾਜ ਜੀ ਦੇ ਚਰਨਾਂ ਵਿੱਚ ਜਿਹੜੀਆਂ ਹਨ ਸੁੰਦਰ ਝਾਂਜਰਾਂ, ਤੇ ਇਸ ਪ੍ਰਕਾਰ ਜਿਹੜੀ ਹੈ ਲੱਕ ਨਾਲ ਸੁੰਦਰ ਤੜਾਗੀ ਵੱਜੀ ਹੋਈ। ਸ਼ਬਦ ਹੋਤ ਪ੍ਰਕਾਸ਼। ਬਹੁਤ ਸ਼ਬਦ ਜਿਹੜਾ ਹੈ, ਆਵਾਜ਼ ਜਿਹੜੀ ਆ ਉੱਠਦੀ ਹੈ। ਚੌਪਈ ਮਾਤ ਬਿਲੋਕਤ ਬੈਨ ਅਲਾਇਓ। ਮਾਤਾ ਜੀ ਨੇ ਵੇਖ ਕਰਕੇ ਕਿ ਅਜੇ ਤਾਂ ਜਿਹੜਾ ਹੈ ਸਵੇਰ ਹੀ ਹੈ, ਤੇ ਦੁਪਹਿਰ ਦਾ ਸਮਾਂ ਵੀ ਅਜੇ ਹੋਇਆ ਨਹੀਂ ਪੂਰਾ, ਤੇ ਵੇਖ ਕਰਕੇ ਮਾਤਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਜਦੋਂ ਘਰ ਆ ਗਏ, ਵੇਖ ਕੇ ਮਾਤਾ ਜੀ ਕਹਿਣ ਲੱਗੇ, ਬਿਨਾ ਪ੍ਰਦੋਖ ਸਦਨ ਚੱਲ ਆਇਓ। ਕਿ ਬਿਨਾ ਸ਼ਾਮ ਤੋਂ, ਭਾਵ ਸਕੂਲ ਵਿੱਚ ਪਾਠਸ਼ਾਲਾ ਵਿੱਚ ਜਦੋਂ ਛੁੱਟੀ ਹੁੰਦੀ ਹੈ, ਪਹਿਲਾਂ ਹੀ ਛੁੱਟੀ ਤੋਂ ਤੁਸੀਂ ਸ਼ਾਮਾਂ ਦੇ ਸਮੇਂ ਸਾਂਝ ਦੇ ਵਕਤ ਜਿਹੜੀ ਆ ਉਹ ਛੁੱਟੀ ਹੁੰਦੀ ਹੈ, ਤੁਸੀਂ ਸ਼ਾਮ ਤੋਂ ਪਹਿਲਾਂ ਹੀ ਘਰ ਆ ਗਏ ਹੋ। ਤੋਰ ਤਾਤ ਤਾੜੇ ਗੋ ਤਾਤਾ। ਹੇ ਪੁੱਤਰ, ਤੁਹਾਡੇ ਪਿਤਾ ਜੀ ਤੁਹਾਨੂੰ ਤਾੜਨਗੇ, ਜਿਹੜਾ ਹੈ ਉਹ ਗੁੱਸੇ ਹੋਣਗੇ। ਹਿਤ ਕਰ ਪੜੋ ਨਾ ਖੇਲੇ ਰਾਤਾ। ਪ੍ਰੇਮ ਦੇ ਨਾਲ ਪੜ੍ਹਦੇ ਨਹੀਂ, ਖੇਡਣ ਵਿੱਚ ਤੁਹਾਡਾ ਮਨ ਜਿਹੜਾ ਹੈ ਉਹ ਪ੍ਰੇਮੀ ਹੋਇਆ ਪਿਆ, ਖੇਡਣ ਵਿੱਚ ਆਨੰਦ ਮੰਨਦੇ ਹੋ। ਨੈਣ ਨੀਰ ਬਾਰਕ ਕੀ ਨਿਆਈ। ਜਦੋਂ ਮਾਤਾ ਜੀ ਨੇ ਉਹ ਸਖਤ ਲਹਿਜੇ ਨਾਲ ਕਿਹਾ, ਤੇ ਬਾਲਕਾਂ ਦੇ ਵਾਂਗ ਸਤਿਗੁਰਾਂ ਦੇ ਨੇਤਰਾਂ ਵਿੱਚ ਜਲ ਆ ਗਿਆ। ਅਵਨੀ ਖਨਤ ਸੰਤ ਸੁਖਦਾਈ। ਸੰਤਾਂ ਨੂੰ ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਚਰਨ ਨਾਲ ਮਹਾਰਾਜ ਅਵਨੀ ਖੰਤ ਧਰਤੀ ਨੂੰ ਸਤਿਗੁਰੂ ਜੀ ਇਉਂ ਥੋੜਾ ਥੋੜਾ ਪੁੱਟਦੇ ਆ। ਕਰ ਸੋ ਕਰ ਗਹਿ ਕਰ ਪੁਨ ਮਾਤਾ। ਆਪਣੇ ਹੱਥਾਂ ਨਾਲ ਆਪਣੀ ਗੋਦ ਵਿੱਚ ਬਿਠਾ ਕਰਕੇ। ਭੂਖਨ ਅਵਰ ਦੇਹ ਘਰ ਵਾਈ। ਮਾਤਾ ਜੀ ਲਾਲਚ ਦਿੰਦੇ ਆ ਪੜਨ ਵਾਸਤੇ, ਕਹਿੰਦੇ ਆ, ਹੇ ਪੁੱਤਰ, ਜੇ ਭੂਖਣ ਗਹਿਣੇ ਜਿਹੜੇ ਆ ਚਾਹੀਦੇ ਆ ਤਾਂ ਹੋਰ ਕਢਵਾ ਦਿਆਂਗੇ ਸੁੰਦਰ। ਭੋਜਨ ਮధుਰ ਲੇਹੋ ਨਿਤ ਖਾਈ। ਤੇ ਨਿਤਾ ਪ੍ਰਤੀ ਮਿੱਠੇ ਭੋਜਨ ਜਿਹੜੇ ਆ ਉਹ ਭਾਵੇਂ ਖਾਣਾ ਕਰੋ। ਜੇ ਅਬ ਪੜ੍ਹੇ ਪ੍ਰੀਤ ਕਰ ਲੇਖਾ। ਜੇ ਹੁਣ ਤੁਸੀਂ ਪ੍ਰੇਮ ਦੇ ਨਾਲ ਪੜੋਗੇ
ਤੇ ਜਿਹੜਾ ਸਾਰੀ ਵਿਦਿਆ ਹੈ ਲੇਖੇ ਦੀ। ਕਾਰਜ ਆਵਹਿ ਹੋਏ ਵਸੇਖਾ। ਜਦੋਂ ਵੱਡੇ ਹੋਵੋਗੇ ਉਦੋਂ ਇਹ ਪੜ੍ਹੀ ਹੋਈ ਵਿਦਿਆ ਫਿਰ ਤੁਹਾਡੇ ਕੰਮ ਆਵੇਗੀ। ਦੋਹਰਾ ਅਜਰ ਮਾਂਝ ਵਿਚਰਤ ਬਹੁਰ। ਬਹੁਰੋ ਸੱਚੇ ਪਾਤਸ਼ਾਹ ਜੀ ਵਿਹੜੇ ਦੇ ਵਿੱਚ ਸਤਿਗੁਰੂ ਜੀ ਵਿਚਰਦੇ ਆ। ਸੰਝ ਭਈ ਜਿਹ ਕਾਲ। ਜਿਸ ਸਮੇਂ ਫਿਰ ਸੰਧਿਆ ਹੋ ਗਈ। ਕਾਲੂ ਆਲਿਆ ਆਏ ਪਿਖ। ਜਦੋਂ ਬਾਬਾ ਕਾਲੂ ਜੀ ਆਏ ਆ ਘਰ ਦੇ ਅੰਦਰ ਤੇ ਵੇਖਿਆ ਹੈ। ਲੋਚਨ ਲਾਲ ਕਿਰਪਾਲ। ਕਿਰਪਾਲੂ ਸਤਿਗੁਰੂ ਜੀ ਸੁੰਦਰ ਨੇਤਰਾਂ ਵਾਲੇ ਗਰੀਬ ਨਵਾਜ ਦੇ ਤਾਈਂ ਜਦੋਂ ਬਾਬਾ ਕਾਲੂ ਜੀ ਨੇ ਤੱਕਿਆ। ਚਾਉ ਪਈ ਪ੍ਰੇਮ ਮੋਦ ਸੋ ਗਰੇ ਲਗਾਇਓ। ਬੜੇ ਪ੍ਰੇਮ ਦੇ ਨਾਲ ਆਨੰਦ ਦੇ ਸਹਿਤ ਗੁਰੂ ਸਾਹਿਬ ਜੀ ਨੂੰ ਆਪਣੇ ਗਲੇ ਲਾਇਆ ਹੈ ਬਾਬਾ ਕਾਲੂ ਜੀ ਨੇ। ਬੈਸ ਮੰਚ ਪਰ ਅੰਕ ਬਸਾਇਓ। ਪਲੰਗੇ ਦੇ ਉੱਤੇ ਬੈਠ ਕਰਕੇ ਤੇ ਆਪਣੀ ਗੋਦ ਵਿੱਚ ਬਿਠਾ ਲਿਆ ਸੱਚੇ ਪਾਤਸ਼ਾਹ ਜੀ ਨੂੰ। ਪੜਿਓ ਆਜ ਜੋ ਮੁਝੇ ਸੁਨਾਏ। ਮਹਾਰਾਜ ਜੀ ਨੂੰ ਪੁੱਛਦੇ ਐ ਕਿ ਇਹ ਪੁੱਤਰ ਨਾਨਕ ਜੀ ਜੋ ਤੁਸੀਂ ਅੱਜ ਪੜ੍ਹਿਆ ਹੈ ਉਹ ਸਾਨੂੰ ਸੁਣਾਉਣਾ ਕਰੋ। ਕੋ ਬਿਦ ਪਾਂਦਾ ਤੁਝੇ ਪੜਾਏ। ਕਿਸ ਤਰੀਕੇ ਨਾਲ ਪਾਂਦਾ ਜੀ ਤੁਹਾਨੂੰ ਪੜ੍ਹਾ ਰਹੇ ਆ। ਸੁਨ ਕਰ ਪਿਤਾ ਬਚਨ ਨਿਜ ਕਾਨਨ। ਆਪਣੇ ਕੰਨਾਂ ਵਿੱਚ ਆਪਣੇ ਸਤਿਕਾਰਯੋਗ ਪਿਤਾ ਜੀ ਦਾ ਇਹ ਬਚਨ ਸੁਣ ਕਰਕੇ। ਕੇਤਕ ਪੈੜੇ ਕਹਿ ਕਮਲਾਨਨ। ਕਮਲ ਸ਼੍ਰੀ ਕੇ ਮੁਖ ਵਾਲੇ ਸਤਿਗੁਰੂ ਜੀ ਕਿੰਨੇ ਕੁ ਪਹਾੜੇ ਮਹਾਰਾਜ ਆਪਣੇ ਮੁਖ ਤੋਂ ਕਹਿਣ ਲੱਗੇ। ਹਿਤੂ ਹੁਤੇ ਸੋ ਬਾਰਿਕ ਆਏ। ਜਿਹੜੇ ਮਹਾਰਾਜ ਦੇ ਪ੍ਰੇਮੀ ਸੰਗੀ ਬਾਲਕ ਸੀ ਨਾ ਉਹ ਆ ਗਏ ਤੇ ਸਮੇਂ। ਪੁਨ ਉੱਠ ਕਰ ਤਿਨ ਸੰਗ ਸਿਧਾਏ। ਫਿਰ ਪਿਤਾ ਜੀ ਦੀ ਗੋਦ ਵਿੱਚੋਂ ਉੱਠ ਕਰਕੇ ਆਪਣੇ ਸੰਗੀ ਬਾਲਕਾਂ ਨਾਲ ਸਤਿਗੁਰੂ ਜੀ ਚਲੇ ਗਏ। ਖੇਲਣ ਲੱਗੇ ਬੀਥਕਾ ਮਾਹੀ। ਨਨਕਾਣਾ ਸਾਹਿਬ ਜੀ ਦੀਆਂ ਬੀਥਕਾ ਗਲੀਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਖੇਲਣ ਲੱਗ ਪਏ। ਚੰਦ ਚਾਂਦਨੀ ਪੂਰਨ ਜਾਹੀ। ਜਿੱਥੇ ਚੰਦਰਮਾ ਦੀ ਚਾਂਦਨੀ ਪੂਰਨ ਹੋ ਰਹੀ ਹੈ। ਬਹੁਤ ਸੋਹਣਾ ਆਕਾਸ਼ ਜਿਹੜਾ ਹੈ ਫੱਬਦਾ ਹੈ। ਸੋਹਣਾ ਚੰਦਰਮਾ ਦੀ ਚਾਂਦਨੀ ਜਿਹੜੀ ਹੈ ਆਪਣਾ ਪ੍ਰਕਾਸ਼ ਪਾਉਂਦੀ ਹੈ ਰਾਤ ਦੇ ਵਕਤ। ਸ੍ਰੀ ਮੁਖ ਨਾਨਕ ਭਨਹਿ ਕਹਾਣੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸ੍ਰੀ ਮੁਖ ਤੋਂ ਮਹਾਰਾਜ ਕਹਾਣੀ ਕਹਿੰਦੇ ਆ, ਕਥਾ ਕਹਿੰਦੇ ਹਨ। ਭਜਨ ਭਗਤ ਸੋ ਮਿਲੀ ਜੋ ਬਾਣੀ। ਐਸੀ ਬਾਣੀ ਮਹਾਰਾਜ ਆਪਣੇ ਮੁਖ ਤੋਂ ਕਹਿੰਦੇ ਆ ਜੋ ਭਜਨ ਵਿੱਚ ਮਿਲੀ ਹੋਈ ਹੈ, ਭਗਤੀ ਦੇ ਬਚਨਾਂ ਵਿੱਚ ਮਿਲੀ ਹੋਈ ਹੈ, ਵੈਰਾਗ ਦੇ ਵਿੱਚ ਜਿਹੜੀ ਬਾਣੀ ਮਿਲੀ ਹੋਈ ਹੈ। ਐਸੇ ਬਚਨ ਸਤਿਗੁਰੂ ਜੀ ਆਪਣੇ ਮੁਖ ਤੋਂ ਕਹਿੰਦੇ ਆ ਜਿਨ੍ਹਾਂ ਨੂੰ ਸੁਣ ਕਰਕੇ ਸੰਸਾਰ ਤੋਂ ਵੈਰਾਗ ਪੈਦਾ ਹੋ ਜਾਵੇ, ਭਾਵ ਭਗਤੀ ਦਾ ਜਿਹੜਾ ਹੈ ਨਾ ਉਹ ਪ੍ਰੇਮ ਲੱਗ ਜਾਵੇ। ਇਸ ਪ੍ਰਕਾਰ ਦੇ ਸਤਿਗੁਰੂ ਜੀ ਆਪਣੇ ਮੁਖ ਤੋਂ ਬਚਨ ਕਰਦੇ ਆ ਜਿਨ੍ਹਾਂ ਦੇ ਸੁਣਨੇ ਕਰਕੇ ਭਜਨ ਦੀ ਪ੍ਰੀਤ ਲੱਗਦੀ ਹੈ। ਦੋਹਰਾ ਮਦਰ ਸੁਦਾ ਸਮ ਬਚਨ ਸੁਨ। ਸੱਚੇ ਪਾਤਸ਼ਾਹ ਜੀ ਦੇ ਮਦਰ ਮਿੱਠੇ ਬਚਨ ਜਿਹੜੇ ਆ ਅੰਮ੍ਰਿਤ ਵਰਗੇ ਸੁਣ ਕਰਕੇ। ਦੂਸ਼ਣ ਹੋਵੇ ਬਾਲ। ਸਾਰੇ ਬਾਲਕ ਜਿਹੜੇ ਆ ਉਹ ਫਿਰ ਚੁੱਪ ਹੋ ਜਾਂਦੇ ਆ ਜਦੋਂ ਸ੍ਰੀ ਗੁਰੂ ਜੀ ਆਪਣੇ ਮੁਖ ਤੋਂ ਬਚਨ ਕਰਦੇ ਆ। ਹਿਤ ਤੇ ਤ੍ਰਿਪਤ ਨਾ ਚਿਤ ਬਿਖੈ। ਇੰਨਾ ਪ੍ਰੇਮ ਕਰਨ ਨਾਲ ਸੁਣਦੇ ਆ ਕਿ ਚਿੱਤ ਦੇ ਅੰਦਰ ਤ੍ਰਿਪਤ ਨਹੀਂ ਹੁੰਦੇ, ਰੱਜਦੇ ਨਹੀਂ ਮਹਾਰਾਜ ਦੇ ਬਚਨ। ਹੋਰ ਸੁਣਨ ਨੂੰ ਤੀਬਰ ਇੱਛਾ ਲੱਗੀ ਰਹਿੰਦੀ ਹੈ। ਚਾਹੇ ਚੌਂਪ ਵਿਸਾਲ। ਬਹੁਤ ਜ਼ਿਆਦਾ ਬਚਨ ਸੁਣਨਾ ਚਾਹੁੰਦੇ ਆ, ਇੰਨੀ ਜ਼ਿਆਦੀ ਚੌਂਪ ਇੱਛਾ ਹੈ ਕਿ ਉਹਨਾਂ ਕੋਲ ਹਟਿਆ ਨਹੀਂ ਜਾਂਦਾ। ਬਹੁਤ ਭਾਰੀ ਇੱਛਾ ਅੰਦਰ ਹੋਰ ਜਾਗਦੀ ਹੈ ਸ੍ਰੀ ਗੁਰੂ ਜੀ ਦੇ ਬਚਨਾਂ ਦੇ ਸੁਣਨ ਨੂੰ। ਚਾਉ ਪਈ ਜੀਹ ਕਮਾਨ ਬਚਨ ਜਿਉ ਬਾਨਾ। ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਅਲੰਕਾਰ ਕਵੀਰਾਜ ਬੰਨ੍ਹਦੇ ਐ, ਕਹਿੰਦੇ ਐ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜੀਭਾ ਹੈ ਨਾ ਇਹ ਤਾਂ ਕਮਾਨ ਦੀ ਨਿਆਈ ਹੈ ਤੇ ਜਿਹੜੇ ਬਚਨ ਹਨ ਇਹ ਤੀਰਾਂ ਦੀ ਨਿਆਈ ਹਨ। ਮਧੁਰਾਈ ਮਦ ਭਲਕ ਸਮਾਨਾ। ਤੇ ਜਿਹੜੀ ਮਧੁਰਾਈ ਮਿਠਾਸ ਵੈ ਬਚਨ ਜਿਹੜੇ ਮਿੱਠੇ ਬਚਨ ਕਰਦੇ ਐ ਇਹ ਜਾਣੋ ਚਿੱਲੇ ਦੇ ਸਮਾਨ ਹੈ। ਜਿਵੇਂ ਕਮਾਨ ਦਾ ਚਿੱਲਾ ਚੜਿਆ ਹੁੰਦਾ ਨਾ, ਮਹਾਰਾਜ ਜੀ ਦੀ ਰਸਨਾ ਤਾਂ ਕਮਾਨ ਹੈ, ਜਿਹੜੇ ਵਿੱਚੋਂ ਬੋਲ ਨਿਕਲਦੇ ਆ ਇਹ ਤੀਰ ਹਨ। ਤੇ ਜਿਹੜੀ ਬਚਨਾਂ ਵਿੱਚ ਇੰਨੀ ਮਿਠਾਸ ਵੈ, ਇੰਨਾ ਮਿੱਠਾ ਬੋਲ ਬੋਲਦੇ ਸੱਚੇ ਪਾਤਸ਼ਾਹ ਜੀ ਤੇ ਉਹ ਜਾਣੋ ਇਹ ਕਮਾਨ ਦਾ ਚਿੱਲਾ ਹੀ ਚੜਿਆ ਹੋਇਆ ਏ। ਤੀਖਨ ਕਰੇ ਸਾਨ ਚਤੁਰਾਈ। ਜਿਹੜੀ ਸਿਆਣਪ ਦੀ ਸਾਨ ਹੈ ਨਾ
ਇਹਦੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਜਾਣੋ ਇਹ ਬੋਲਾਂ ਰੂਪੀ ਤੀਰ ਤਿੱਖੇ ਕੀਤੇ ਹੋਏ ਐ। ਐਡੇ ਸਿਆਣੇ ਬੋਲ ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਕਹਿੰਦੇ ਆ। ਨਾਨਾ ਉਕਤਿਨ ਪੰਖ ਸੁਹਾਈ, ਤੇ ਨਾਨਾ ਪ੍ਰਕਾਰ ਦੀਆਂ ਉਕਤੀਆਂ ਜੁਗਤੀਆਂ ਨਾਲ ਜੋ ਸਤਿਗੁਰੂ ਜੀ ਵਾਹਿਗੁਰੂ ਦੇ ਸਰੂਪ ਨੂੰ ਸਿੱਧ ਕਰਕੇ ਦਿਖਾਉਂਦੇ ਆ ਨਾ, ਇਹ ਜਾਣੋ ਕਿ ਇਹਨਾਂ ਬਚਨਾਂ ਰੂਪੀ ਤੀਰਾਂ ਨੂੰ ਖੰਭ ਹੀ ਲੱਗੇ ਹੋਏ ਹਨ। ਬਾਲ ਬ੍ਰਿੰਦ ਹਿਰਦਾ ਲਛ ਭੇਦਾ, ਜਿਹੜੇ ਸਮੂਹ ਬਾਲਕ ਹਨ ਉਹਨਾਂ ਦਾ ਹਿਰਦਾ ਰੂਪੀ ਲਕਸ਼ ਮਹਾਰਾਜ ਸਾਹਿਬ ਜੀ ਨੇ ਵਿੰਨ ਦਿੱਤਾ ਆਪਣੇ ਬਚਨਾਂ ਰੂਪੀ ਤੀਰਾਂ ਦੇ ਨਾਲ। ਭਏ ਲਟੂਹਾ ਹੋਏ ਅਖੇਦਾ, ਤੇ ਹੋਏ ਅਖੇਦਾ ਦੁੱਖ ਤੋਂ ਰਹਿਤ ਹੋ ਗਏ। ਸਤਿਗੁਰਾਂ ਜੀ ਦੇ ਬਚਨਾਂ ਰੂਪੀ ਤੀਰ ਹਿਰਦੇ ਰੂਪੀ ਲਕਸ਼ ਦੇ ਵਿੱਚ ਲੱਗਣੇ ਕਰਕੇ ਲਟੂਹੇ ਹੋ ਗਏ, ਪ੍ਰੇਮੀ ਹੋ ਗਏ ਵਾਹਿਗੁਰੂ ਜੀ ਦੇ ਨਾਮ ਦੇ। ਇਹੋ ਜੀ ਸਤਿਗੁਰਾਂ ਜੀ ਨੇ ਬਚਪਨ 'ਚ ਹੀ ਆਪਣੇ ਬਾਲਕ ਸਾਥੀਆਂ ਉੱਤੇ ਕਿਰਪਾ ਕਰ ਦਿੱਤੀ ਕਿ ਉਹ ਵਾਹਿਗੁਰੂ ਦੇ ਨਾਮ ਦੇ ਪ੍ਰੇਮੀ ਹੋ ਗਏ, ਦੁੱਖ ਤੋਂ ਰਹਿਤ ਹੋ ਗਏ, ਸਭ ਦੇ ਦੁੱਖ ਤੋੜ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਤਜ ਕਰ ਸੰਗ ਸਦਨ ਨਹਿ ਜਾਵਹਿ, ਮਹਾਰਾਜ ਜੀ ਦਾ ਸਾਥ ਛੱਡ ਕੇ ਬਾਲਕ ਆਪਣੇ ਘਰਾਂ ਨੂੰ ਨਹੀਂ ਜਾਂਦੇ। ਮਾਤ ਪਿਤਾ ਤਬ ਆਨ ਬੁਲਾਵਹਿ, ਮਾਤਾ ਪਿਤਾ ਉਹਨਾਂ ਬੱਚਿਆਂ ਦੇ ਫਿਰ ਆਣ ਆਣ ਕੇ ਬੁਲਾਉਂਦੇ ਆ, ਆਵਾਜ਼ਾਂ ਮਾਰਦੇ ਆਪਣੇ ਬੱਚਿਆਂ ਨੂੰ। ਕਹਿ ਕਰ ਲੈ ਜਾਵਹਿ ਬਰਿਆਈ, ਬਹੁਤ ਜ਼ਿਆਦਾ ਬਰਿਆਈ ਮੱਲੋ ਮੱਲੀ ਫਿਰ ਖਿੱਚ ਖਿੱਚ ਕੇ ਬਾਹਾਂ ਤੋਂ ਆਪਣੇ ਬੱਚਿਆਂ ਨੂੰ ਲਿਜਾਂਦੇ ਆ ਮਸਾਂ ਮਸਾਂ ਇਹ ਮਾਤਾ ਪਿਤਾ। ਤਜ ਨਹਿ ਸਕਈ ਮਨ ਬਿਰਮਾਈ, ਉਹ ਮਹਾਰਾਜ ਜੀ ਨੂੰ ਛੱਡ ਹੀ ਨਹੀਂ ਪਾਉਂਦੇ। ਮਨ ਜਿਹੜਾ ਸਤਿਗੁਰੂ ਜੀ ਦੇ ਵੱਲ ਹੀ ਸੰਗਤ ਵਿੱਚ ਹੀ ਲੱਗਾ ਰਹਿੰਦਾ ਹੈ। ਐਸਾ ਮਨ ਜਿਹੜਾ ਹੈ ਸਤਿਗੁਰੂ ਜੀ ਦੇ ਉੱਪਰ ਪ੍ਰੇਮੀ ਹੋ ਗਿਆ ਕਿ ਹਜੂਰ ਦੀ ਸੰਗਤ ਬਾਲਕਾਂ ਕੋਲੋਂ ਛੱਡੀ ਨਹੀਂ ਜਾਂਦੀ। ਜੋਰੋ ਜੋਰੀ ਮੱਲੋ ਮੱਲੀ ਮਾਤਾ ਪਿਤਾ ਬਾਹਾਂ ਤੋਂ ਖਿੱਚ ਖਿੱਚ ਕੇ ਖੜਦੇ ਆ ਤਾਂ ਵੀ ਨਹੀਂ ਜਾਂਦੇ। ਰੁਚਿਰ ਬਚਨ ਕੀ ਰੁਚ ਅਧਿਕਾਈ, ਮਹਾਰਾਜ ਦੇ ਸੁੰਦਰ ਬਚਨਾਂ ਦੇ ਸੁਣਨ ਦੀ ਬਹੁਤ ਜ਼ਿਆਦੀ ਰੁਚੀ ਇੱਛਾ ਜਿਹੜੀ ਆ ਉਹ ਲੱਗੀ ਹੈ ਬੱਚਿਆਂ ਦੇ ਮਨ ਵਿੱਚ। ਸੁਨ ਸੁਨ ਪੁਨ ਮਨ ਹੋਤ ਸਵਾਈ, ਸੁਣ ਸੁਣ ਕੇ ਮਨ ਦੇ ਅੰਦਰ ਸਗੋਂ ਹੋਰ ਬਹੁਤੀ ਇੱਛਾ ਤੀਬਰ ਵੱਧਦੀ ਜਾਂਦੀ ਹੈ। ਪ੍ਰਵੇਸ਼ ਤਿਤ ਬਾਰਕ ਚਹੁ ਪਾਸਾ, ਸੱਚੇ ਪਾਤਸ਼ਾਹ ਜੀ ਦੇ ਚੌਹਾਂ ਪਾਸੇ ਬਾਲਕ ਜਿਹੜੇ ਆ ਉਹ ਬੈਠੇ, ਹਜੂਰ ਚਾਰ ਚਫੇਰਿਓਂ ਬਾਲਕਾਂ ਵਿੱਚ ਜਿਹੜੇ ਆ ਉਹ ਘਿਰੇ ਰਹਿੰਦੇ ਆ। ਪੁੰਨਵਾਨ ਜਿਨ ਕੇ ਅਗ ਨਾਸ਼ਾ, ਐਸੇ ਉਹ ਬਾਲਕ ਵੀ ਪੁੰਨਵਾਨ ਹੋ ਗਏ ਜਿਨ੍ਹਾਂ ਦੇ ਪਾਪ ਹੀ ਨਾਸ਼ ਕਰ ਦਿੱਤੇ ਸ੍ਰੀ ਗੁਰੂ ਜੀ ਨੇ। ਇਹ ਕੋਈ ਸਧਾਰਨ ਬਾਲਕ ਨਹੀਂ ਹੋਣਗੇ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਪਾਇਆ, ਬਚਪਨ ਵਿੱਚ ਸਤਿਗੁਰਾਂ ਜੀ ਦੇ ਨਾਲ ਖੇਲਾਂ ਖੇਲੀਆਂ, ਖੌਰੇ ਕਿਹੜੀਆਂ ਕਿਹੜੀਆਂ ਸ਼ਕਤੀਆਂ ਰੂਪ ਧਾਰ ਕੇ ਮਹਾਰਾਜ ਜੀ ਦਾ ਸੁਖ ਲੈਣ ਆਈਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਉਹਨਾਂ ਦੇ ਪਾਪ ਨਾਸ਼ ਕਰ ਦਿੱਤੇ। ਹਜੂਰ ਨੇ ਫਿਰ ਪੜੋ, ਪੁੰਨਵਾਨ ਜਿਨ ਕੇ ਅਗ ਨਾਸ਼ਾ, ਉਹ ਵੱਡੇ ਪੁੰਨਵਾਨ ਹਨ ਜਿਨ੍ਹਾਂ ਦੇ ਪਾਪ ਹੀ ਸ੍ਰੀ ਗੁਰੂ ਜੀ ਨੇ ਨਾਸ਼ ਕਰ ਦਿੱਤੇ। ਨਾਨਕ ਬੈਸਹਿ ਬੀਚ ਬਿਰਾਜਹਿ, ਧੰਨ ਗੁਰੂ ਨਾਨਕ ਸਾਹਿਬ ਜੀ ਬਹੁਤ ਸਾਰੇ ਬਾਲਕਾਂ ਦੇ ਵਿੱਚ ਬੈਠੇ ਹੋਏ ਸਤਿਗੁਰੂ ਜੀ ਬਿਰਾਜੇ ਸ਼ੋਭਾ ਪਾਉਂਦੇ ਆ। ਬਚ ਸੁਨ ਜਿਨਹਿ ਸੋ ਧਰਮਾ ਲਾਜਹਿ, ਐਸੇ ਸਤਿਗੁਰੂ ਜੀ ਆਪਣੇ ਮੁਖ ਤੋਂ ਗਿਆਨ ਦੇ ਬਚਨ ਕਰਦੇ ਐ ਕਿ ਜਿਹੜਾ ਸੁਧਰਮਾ ਇੰਦਰਬ ਹੈ ਇਹਦੀ ਵੀ ਸਭਾ ਜਿਹੜੀ ਉਹ ਲੱਜਤ ਹੋ ਜਾਂਦੀ ਹੈ ਕਿ ਉਹੋ ਜੇ ਬਚਨ ਤਾਂ ਉੱਥੇ ਵੀ ਨਹੀਂ ਹੁੰਦੇ ਹਨ। ਬਦਨ ਬਿਲੋਕਹਿ ਨਿਜ ਨਿਜ ਦਿਸ ਸੋ, ਸੱਚੇ ਪਾਤਸ਼ਾਹ ਜੀ ਦਾ ਮੁਖ ਨਾ ਆਪੋ ਆਪਣੀ ਦਿਸ਼ਾ ਵੱਲ ਸਾਰੇ ਬਾਲਕ ਵੇਖਦੇ ਐ। ਲਖੇ ਕੰਡ ਕੋ ਨਹਿ ਤਹਿ ਸਿਸ ਸੋ, ਐਸਾ ਬਾਲਕ ਉੱਥੇ ਕੋਈ ਵੀ ਨਹੀਂ ਕਿ ਜਿਹਨੂੰ ਮਹਾਰਾਜ ਸਾਹਿਬ ਜੀ ਦੀ ਕੰਡ ਪਿੱਠ ਦਿਸ ਰਹੀ ਹੋਵੇ। ਮਹਾਰਾਜ ਐਸੀ ਲੀਲਾ ਵਰਤਾਉਂਦੇ ਐ ਜਦੋਂ ਸ੍ਰੀ ਗੁਰੂ ਜੀ ਆਪਣੇ ਮੁਖ ਤੋਂ ਭਗਤੀ ਦੇ ਗਿਆਨ ਦੇ ਬਚਨ ਕਹਿੰਦੇ ਐ, ਸਾਰੇ ਬਾਲਕਾਂ ਨੂੰ ਸ੍ਰੀ ਗੁਰੂ ਜੀ ਦਾ ਮੁਖ ਹੀ ਦਿਸਦਾ, ਮਹਾਰਾਜ ਦਾ ਮੁਖੜਾ ਹੀ ਨਜ਼ਰ ਆਉਂਦਾ ਏ। ਸਭ ਮਨ ਜਾਣਹਿ ਮੁਝੇ ਸੁਨਾਵਹਿ, ਸਾਰੇ ਇਉਂ ਬੈਠੇ ਹੋਏ ਮਨ ਵਿੱਚ ਜਾਣਦੇ ਐ ਕਿ ਮਹਾਰਾਜ ਮੈਨੂੰ ਸੁਣਾ ਰਹੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਐਸੀ ਲੀਲਾ ਵਰਤਾਈ ਹੈ ਗਰੀਬ ਨਵਾਜ, ਜਦੋਂ ਇਉਂ ਪ੍ਰੇਮ ਦੇ ਬਚਨ ਸ੍ਰੀ ਗੁਰੂ ਜੀ ਆਪਣੇ ਕੰਠ ਤੋਂ ਕਰਦੇ ਐ। ਵੇਖੋ ਚਾਰ ਚਫੇਰੇ ਬਾਲਕ ਬੈਠੇ ਐ ਮਹਾਰਾਜ ਜੀ ਦੇ, ਪਰ ਕਿਸੇ ਨੂੰ ਵੀ ਹਜੂਰ ਦੀ ਕੰਡ ਨਹੀਂ ਦਿਸਦੀ, ਸਭ ਵੱਲ ਸਤਿਗੁਰੂ ਜੀ ਦਾ ਮੁਖ ਹੀ ਹੈ ਤੇ ਹਰੇਕ ਨੂੰ ਇਉਂ ਲੱਗਦਾ ਜਿਵੇਂ ਮਹਾਰਾਜ ਮੈਨੂੰ ਹੀ ਸੁਣਾ ਰਹੇ ਐ। ਰੋਕ ਰਖੀਕ ਸੁਨਹਿ ਮਨ ਭਾਵਹਿ, ਤੇ ਉਹਨਾਂ ਦੇ ਮਨ ਵਿੱਚ ਇੰਨੀ ਪਾਉਂਦੀ ਹੈ ਸਤਿਗੁਰਾਂ ਜੀ ਦੀ ਬਾਣੀ
ਮਹਾਰਾਜ ਦੇ ਕਹੇ ਹੋਏ ਬਚਨ ਇੰਨੇ ਭਾਉਂਦੇ ਐ ਕਿ ਆਪਣੀਆਂ ਰਖੀਕ ਇੰਦਰੀਆਂ ਨੂੰ ਰੋਕ ਕੇ ਐਨ ਸੁੰਨ ਹੋਏ ਸਾਰੇ ਬੱਚੇ ਸੁਣਦੇ ਰਹਿੰਦੇ ਐ। ਆਪਣੇ ਫੁਰਨਿਆਂ ਨੂੰ ਵੀ ਰੋਕ ਲੈਂਦੇ ਐ। ਇਥੋਂ ਕਿ ਸਤਿਗੁਰਾਂ ਜੀ ਦੇ ਬਚਨ ਹੀ ਐਸੇ ਐ, ਬਾਹਰੋਂ ਜਦੋਂ ਰਖੀਕ ਇੰਦਰੀਆਂ ਨੂੰ ਰੋਕ ਕੇ ਬੈਠ ਜਾਂਦੇ ਐ, ਸ੍ਰੀ ਗੁਰੂ ਜੀ ਦੇ ਬਚਨ ਫੁਰਨਿਆਂ ਨੂੰ ਵੀ ਉੱਥੇ ਹੀ ਰੋਕ ਦਿੰਦੇ ਤੇ ਸੁੱਖ ਆ ਜਾਂਦਾ ਹੈ, ਅੰਦਰ ਆਨੰਦ ਆ ਜਾਂਦਾ ਹੈ। ਇਸੇ ਕਰਕੇ ਉਸ ਆਨੰਦ ਨੂੰ ਮਾਣਦੇ ਬੱਚੇ ਮਹਾਰਾਜ ਜੀ ਦਾ ਸਾਥ ਨਹੀਂ ਛੱਡਣਾ ਚਾਹੁੰਦੇ ਹੈ। ਸ੍ਰੀ ਗੁਰੂ ਜੀ ਦੇ ਬਚਨਾਂ ਵਿੱਚ ਇੰਨਾ ਸੁੱਖ ਵੈ ਕਿ ਇੰਦਰੀਆਂ ਨੂੰ ਰੋਕ ਕੇ ਐਨ ਸੁੰਨ ਹੋ ਕੇ ਮਹਾਰਾਜ ਦੇ ਬਚਨਾਂ ਨੂੰ ਸੁਣਦੇ ਐ। ਦੋਹਰਾ ਮਿਲ ਬਾਲਕ ਸੋ ਖੇਲਤੇ, ਬਾਲਕਾਂ ਨਾਲ ਮਿਲ ਕੇ ਸੱਚੇ ਪਾਤਸ਼ਾਹ ਜੀ ਖੇਲਦੇ ਐ। ਚੱਲ ਆਏ ਨਿਜ ਧਾਮ, ਸੱਚੇ ਪਾਤਸ਼ਾਹ ਚੱਲ ਕਰਕੇ ਫਿਰ ਆਪਣੇ ਘਰ ਨੂੰ ਆ ਗਏ। ਅੰਨ ਖਾਏ ਕਰ ਮਾਤ ਤੇ, ਭੋਜਨ ਛਕ ਕਰਕੇ ਮਾਤਾ ਜੀ ਤੋਂ ਸੂਤੇ ਤਨ ਅਬਿਰਾਮ, ਸੁੰਦਰ ਸਰੀਰ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਿਰਾਜ ਗਏ। ਚੌਪਈ ਜਾਮ ਜਾਮਨੀ ਜਾਗਨ ਨਿਮਾ, ਜਿਹੜਾ ਪਹਿਰ ਰਾਤ ਰਹਿੰਦੀ ਜਾਗਣ ਦਾ ਜੋ ਨਿਯਮ ਹੈ। ਜਬ ਕਾ ਤਨ ਧਰ ਦਾਨੀ ਛੇਮਾ, ਮੁਕਤੀ ਦਾਤਾ ਸਤਿਗੁਰਾਂ ਜੀ ਨੇ ਜਦੋਂ ਦਾ ਤਨ ਸਰੀਰ ਧਾਰਨ ਕੀਤਾ ਨਾ, ਉਦੋਂ ਦਾ ਹੀ ਨਿਯਮ ਹੈ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਵੇਲੇ ਦੇ ਜਾਗਣ ਦਾ। ਇਹ ਸੱਚੇ ਪਾਤਸ਼ਾਹ ਜੀ ਨੇ ਰੀਤ ਤੋਰਨੀ ਹੈ ਨਾ ਸੰਸਾਰ ਦੇ ਅੰਦਰ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਭ ਤੋਂ ਵੱਡਾ ਨਿਯਮ ਹੈ। ਕਵੀ ਜੀ ਕਹਿੰਦੇ ਐ, ਜਦੋਂ ਦਾ ਮਹਾਰਾਜ ਸਾਹਿਬ ਜੀ ਨੇ ਸਰੀਰ ਧਾਰਨ ਕੀਤਾ ਹੈ, ਅੰਮ੍ਰਿਤ ਵੇਲੇ ਦੇ ਉੱਠਣ ਦਾ ਸਤਿਗੁਰਾਂ ਜੀ ਦਾ ਉਦੋਂ ਦਾ ਹੀ ਨਿਯਮ ਹੈ। ਭੋਰ ਭਈ ਕੀਨੋ ਇਸ਼ਨਾਨਾ, ਜਦੋਂ ਸਵੇਰ ਹੋਈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਇਸ਼ਨਾਨ ਕੀਤਾ। ਪਟ ਪਹਿਰੇ ਸੁੰਦਰ ਬਿਦ ਨਾਨਾ, ਨਾਨਾ ਪ੍ਰਕਾਰ ਦੇ ਸੁੰਦਰ ਵਸਤਰ ਸੱਚੇ ਪਾਤਸ਼ਾਹ ਜੀ ਨੇ ਪਹਿਨਣਾ ਕੀਤੇ। ਦਿਵਸ ਚਰੇ ਕਾਲੂ ਗਹਿ ਹਾਥਾ, ਜਦੋਂ ਦਿਨ ਚੜਿਆ ਬਾਬਾ ਕਾਲੂ ਜੀ ਮਹਾਰਾਜ ਜੀ ਦਾ ਹੱਥ ਪਕੜ ਕਰਕੇ ਲੈ ਚਟ ਸਾਰ ਚੱਲਿਓ ਨਿਜ ਸਾਥਾ, ਆਪਣੇ ਨਾਲ ਲੈ ਕਰਕੇ ਮਹਾਰਾਜ ਜੀ ਨੂੰ ਪਾਠਸ਼ਾਲਾ ਵੱਲ ਲੈ ਕਰਕੇ ਚੱਲ ਪਏ। ਪਾਂਦੇ ਸੋ ਬੋਲਿਓ ਹਿਤ ਧਰ ਕੇ, ਪਹੁੰਚੇ ਜਦੋਂ ਉੱਥੇ ਫਿਰ ਪਾਂਧਾ ਜੀ ਨਾਲ ਬਹੁਤ ਪ੍ਰੇਮ ਧਾਰ ਕੇ ਮਹਾਰਾਜ ਦੇ ਪਿਤਾ ਜੀ ਕਹਿਣ ਲੱਗੇ, ਦੇਹ ਪੜਾਏ ਹਿਰਦੇ ਰੁਚ ਕਰਕੇ, ਬਹੁਤ ਹਿਰਦੇ ਦੀ ਰੁਚੀ ਕਰਕੇ ਧਿਆਨ ਦੇ ਕੇ ਪ੍ਰੇਮ ਨਾਲ ਪਾਂਧਾ ਜੀ ਮੇਰੇ ਪੁੱਤਰ ਨੂੰ ਪੜ੍ਹਾ ਦੇਣਾ ਕਰੋ। ਸੁਨ ਬੋਲਿਓ ਮਨ ਸੋ ਕਰ ਬੰਧਨ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਤਾ ਜੀ ਤੋਂ ਸੁਣ ਕਰਕੇ ਬੋਲੇ ਪਾਂਧਾ ਜੀ। ਪਹਿਲੋਂ ਮਨ ਕਰਕੇ ਹਜੂਰ ਦੇ ਚਰਨਾਂ ਤੇ ਨਮਸਕਾਰ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਧਾਰਨ ਕਰ ਲਿਆ ਨਾ ਪਾਂਧਾ ਜੀ ਨੇ, ਇਸ ਕਰਕੇ ਆਪਣੇ ਗੁਰੂਦੇਵ ਜਾਣ ਕੇ ਸੱਚੇ ਪਾਤਸ਼ਾਹ ਜੀ ਨੂੰ ਮਨ ਹੀ ਮਨ ਨਮਸਕਾਰ ਕੀਤੀ ਪਾਂਧਾ ਜੀ ਨੇ। ਫਿਰ ਬਾਬਾ ਕਾਲੂ ਜੀ ਦੇ ਕਹੇ ਹੋਏ ਬੋਲ ਸੁਣ ਕਰਕੇ ਕਹਿਣ ਲੱਗੇ, ਵਿਦਿਆ ਨਿਪੁੰਨੰ ਕੁਮਤ ਨਿਕੰਦਨ, ਕਿ ਇਹ ਤਾਂ ਸਾਰੀਆਂ ਵਿਦਿਆ ਵਿੱਚ ਨਿਪੁੰਨ ਨੇ ਤੇ ਖੋਟੀ ਮਤ ਨੂੰ ਕੱਟਣ ਵਾਲੇ ਹਨ। ਇਸ ਤੇ ਅਦਕ ਜੋ ਹੋਏ ਪੜਾਵੇ, ਇਹਨਾਂ ਤੋਂ ਕੋਈ ਵੱਡਾ ਵਿਦਵਾਨ ਹੋਵੇ ਤਾਂ ਹੀ ਤਾਂ ਇਹਨਾਂ ਨੂੰ ਪੜਾਉਣਾ ਕਰੇ। ਜਗਤ ਮਾਹੇ ਸਮ ਕੋ ਨਾ ਦਿਸਾਵੇ, ਇਸ ਜਗਤ ਦੇ ਅੰਦਰ ਤਾਂ ਸਾਨੂੰ ਇਹਨਾਂ ਦੇ ਬਰਾਬਰ ਕੋਈ ਵੀ ਦਿਖਾਈ ਨਹੀਂ ਦਿੰਦਾ। ਦੋਹਰਾ ਸੁਤ ਕੋ ਸੁਤ ਨਹਿ ਜਾਣਿਓ, ਫਿਰ ਪੜੋ। ਦੋਹਰਾ ਸੁਤ ਕੋ ਸੁਤ ਨਹਿ ਜਾਣਿਓ, ਬਾਦਾ ਜੀ ਕਹਿੰਦੇ ਆ, ਬਾਬਾ ਕਾਲੂ ਜੀ ਆਪਣੇ ਪੁੱਤਰ ਨਾਨਕ ਨੂੰ ਕੇਵਲ ਪੁੱਤਰ ਕਰਕੇ ਹੀ ਨਾ ਜਾਣਨਾ ਕਰੋ। ਹੈ ਕਿਹ ਕੋ ਅਵਤਾਰ, ਇਹ ਤਾਂ ਆਪ ਪਰਮੇਸ਼ਰ ਦਾ ਅਵਤਾਰ ਹਨ। ਬਿਨਾ ਪੜੇ ਹੀ ਪੜ ਰਹਿਓ, ਇਹ ਬਿਨਾ ਪੜਾਏ ਤੋਂ ਹੀ ਪੜ ਰਹੇ ਐ। ਸਭਨ ਪੜਾਵਨ ਹਾਰ, ਸਗੋਂ ਇਹ ਸਾਰਿਆਂ ਨੂੰ ਆਪ ਪੜਾਉਣ ਵਾਲੇ ਨੇ। ਚੌਪਈ ਇਸ ਪੜਨੇ ਕੇ ਪਰਹੁ ਨਾ ਖਿਆਲਾ, ਇਹਨਾਂ ਨੂੰ ਪੜਾਉਣ ਦੇ ਖਿਆਲ ਵਿੱਚ ਤੁਸੀਂ ਨਾ ਪੈਣਾ ਕਰੋ। ਸਭ ਕਰਤਾ ਜੋ ਵਿਦਿਆ ਜਾਲੇ, ਜਾਲਾ ਫਿਰ ਪੜੋ। ਇਸ ਪੜਨੇ ਕੇ ਪਰਹੁ ਨਾ ਖਿਆਲੇ, ਇਹਨਾਂ ਨੂੰ ਪੜਾਉਣ ਦੇ ਖਿਆਲ ਵਿੱਚ ਨਾ ਪੈਣਾ ਕਰੋ। ਸਭ ਕਰਤੇ ਜੋ ਵਿਦਿਆ ਜਾਲੇ, ਜੋ ਇਹ ਸਾਰੀ ਵਿਦਿਆ ਹੈ ਉਸ ਦੇ ਇਹ ਕਰਤਾ ਹਨ।
ਤੋ ਮਾਤਰਾ ਵੇਖ ਕੇ ਪੜਿਆ ਕਰੋ, ਕਿਉਂਕਿ ਚਾਲ ਫਿਰ ਬਣਦੀ ਹੈ। ਦੀਪ ਦਿਪਾਏ ਬ੍ਰਿਤਾਸ ਸਮਾਈ, ਇਉਂ ਪਾਂਦਾ ਜੀ ਕਹਿੰਦੇ ਆ। ਫਿਰ ਪਿਛਲੀਆਂ ਪੰਕਤੀਆਂ ਪੜੋ। ਇਸ ਪੜਨੇ ਕੇ ਪਰਹੋ ਨਾ ਖਿਆਲੇ, ਕਿ ਇਹਨਾਂ ਨੂੰ ਪੜਾਉਣ ਦੇ ਖਿਆਲ ਵਿੱਚ ਨਾ ਪੈਣਾ ਕਰੋ। ਸਭ ਕਰਤਾ ਜੋ ਵਿਦਿਆ ਜਾਲੇ, ਜੋ ਸਾਰੀ ਜਾਲੇ ਸਮੂਹ ਵਿਦਿਆ ਨਾ, ਇਹ ਸਾਰੀ ਵਿਦਿਆ ਦੇ ਕਰਤਾ ਹਨ। ਵਿਦਿਆ ਉਤਪਨ ਹੀ ਇਹਨਾਂ ਤੋਂ ਹੁੰਦੀ ਹੈ। ਦੀਪ ਦਿਪਾਏ ਬ੍ਰਿਤਾਸ ਸਮਾਈ, ਕਹਿਣ ਲੱਗੇ ਪਾਂਦਾ ਜੀ ਕਿ ਜਿਹੜਾ ਸੂਰਜ ਵੈ ਉਹਦੇ ਸਾਹਮਣੇ ਕੋਈ ਜੇ ਦੀਵਾ ਜਗਾ ਦੇਵੇ, ਤਮ ਹਰਬੇ ਕੋ ਨਰ ਉਦਤਾਈ, ਤੇ ਮਨੁੱਖ ਹਨੇਰੇ ਦੇ ਦੂਰ ਕਰਨ ਦੀ ਕੋਸ਼ਿਸ਼ ਕਰਨਾ ਕਰੇ ਦੀਵੇ ਨਾਲ। ਦੀਪਕ ਤੇ ਕਿਆ ਹੋਏ ਪ੍ਰਕਾਸ਼ਾ, ਪਾਂਦਾ ਜੀ ਕਹਿੰਦੇ ਆ ਬਾਬਾ ਕਾਲੂ ਜੀ, ਜਿਸੋ ਦੀਵੇ ਦੇ ਕੋਲੋਂ ਕੀ ਪ੍ਰਕਾਸ਼ ਹੋ ਸਕਦਾ ਏ। ਫੀਕੀ ਪ੍ਰਭਾ ਪਰੈ ਅਗ ਤਾਸਾ, ਤੇ ਉਹ ਸੂਰਜ ਦੇ ਅੱਗੇ ਦੀਵੇ ਦੀ ਪ੍ਰਭਾ ਜਿਹੜੀ ਹੈ ਨਾ ਸੋਭਾ, ਉਹ ਫਿੱਕੀ ਪੈ ਜਾਂਦੀ ਹੈ। ਹੁਣ ਗੁਰੂ ਨਾਨਕ ਸਾਹਿਬ ਤਾਂ ਆਪ ਸੂਰਜ ਦੀ ਨਿਆਈ ਹਨ, ਤੇ ਮੈਂ ਦੀਵੇ ਦੀ ਨਿਆਈ ਹਜੂਰ ਦੇ ਅੱਗੇ ਕੀ ਪ੍ਰਕਾਸ਼ ਕਰ ਸਕਦਾ ਹਾਂ, ਕਿਉਂਕਿ ਪਾਂਦਾ ਜੀ ਨੂੰ ਮਹਾਰਾਜ ਜੀ ਨੇ ਗਿਆਨ ਬਖਸ਼ਿਸ਼ ਕਰ ਦਿੱਤਾ ਹੈ। ਪਾਂਦਾ ਜੀ ਜਾਣ ਗਏ ਹੈ ਕਿ ਸ੍ਰੀ ਗੁਰੂ ਜੀ ਨੂੰ ਕੌਣ ਪੜ੍ਹਾ ਸਕਦਾ ਹੈ। ਹਜੂਰ ਤੇ ਆਪ ਹੀ ਸਾਰੀ ਵਿਦਿਆ ਦੇ ਜਨਮ ਦਾਤੇ ਹਨ। ਇਸ ਕਰਕੇ ਮਹਾਰਾਜ ਦੇ ਪਿਤਾ ਜੀ ਨੂੰ ਪਿਆਰ ਨਾਲ ਸਹੀ ਬਚਨ ਕਹਿ ਰਹੇ ਹੈ ਕਿ ਇਹਨਾਂ ਨੂੰ ਪੜ੍ਹਾਉਣ ਦਾ ਖਿਆਲ ਛੱਡ ਦਿਓ। ਇਹ ਤਾਂ ਆਪ ਸਾਰਿਆਂ ਨੂੰ ਪੜ੍ਹਾਉਣ ਲਈ ਸੰਸਾਰ 'ਚ ਆਏ ਹੈ। ਇਹ ਤਾਂ ਆਪ ਨਿਰੰਕਾਰ ਦਾ ਅਵਤਾਰ ਹਨ। ਇਉਂ ਪਾਂਦਾ ਜੀ ਨੇ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਇਹ ਬਚਨ ਕਹੇ ਆ। ਸੁਤ ਉਸਤਤ ਸੁਨ ਸ਼ਰੁਤ ਮਹਿ ਕਾਲੂ, ਬਾਬਾ ਕਾਲੂ ਜੀ ਨੇ ਜਦੋਂ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕੰਨਾਂ ਵਿੱਚ ਸੁਣੀ ਹੈ, ਬਿਨ ਸ਼ਰਧਾ ਔਰ ਹਰਖ ਬਿਸਾਲੂ, ਪਰ ਸ਼ਰਧਾ ਤੋਂ ਤਾਂ ਬਿਨਾਂ ਹਨ, ਪਰ ਖੁਸ਼ ਬੜੇ ਹੋਏ ਮਹਾਰਾਜ ਦੇ ਪਿਤਾ ਜੀ ਕਿ ਮੇਰੇ ਪੁੱਤਰ ਦੀ ਬੜੀ ਉਸਤਤ ਕੀਤੀ ਹੈ। ਹਟ ਕਰ ਘਰ ਆਵਤ ਭਾਸੋ, ਤੇ ਹਟ ਕਰਕੇ ਮੁੜ ਕਰਕੇ ਆਪਣੇ ਘਰ ਨੂੰ ਆ ਗਏ ਆ। ਕਰਨ ਲੱਗਿਓ ਕਾਰਜ ਨਿਜ ਜੋ, ਤੇ ਜਿਹੜਾ ਆਪਣਾ ਕਾਰਜ ਸੀਗਾ ਘਰ ਦਾ, ਉਹ ਫਿਰ ਪਟਵਾਰ ਦੇ ਕੰਮ ਵਿੱਚ ਲੱਗ ਗਏ ਹਨ। ਸ੍ਰੀ ਨਾਨਕ ਕੀ ਇੱਛਾ ਜਿਹਵਾ, ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਇੱਛਾ ਸੀਗੀ, ਵਿਚਰੇ ਬਾਲਕ ਮਹਿ ਮਿਲ ਤਹਿਵਾ, ਮਹਾਰਾਜ ਮਿਲ ਕੇ ਬਾਲਕਾਂ ਨਾਲ ਉੱਥੇ ਫਿਰ ਸਤਿਗੁਰੂ ਜੀ ਵਿਚਰਨ ਲੱਗ ਪਏ, ਹਜੂਰ ਖੇਡਣ ਲੱਗ ਪਏ। ਦੋਹਰਾ ਮਸਤਕ ਆਯੁਤ ਦਿਪਤ ਦੁੱਤ, ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਮਸਤਕ ਬਹੁਤ ਆਯੁਤ ਚੌੜਾ ਹੈ, ਤੇ ਜਿਸ ਦੇ ਉੱਤੇ ਬੜਾ ਹੀ ਪ੍ਰਕਾਸ਼ ਜਿਹੜਾ ਉਹ ਪੈ ਰਿਹਾ ਹੈ। ਬੜੀ ਦੁੱਤ ਸੋਭਾ ਹੈ ਸਤਿਗੁਰਾਂ ਜੀ ਦੇ ਪਵਿੱਤਰ ਮਸਤਕ ਦੀ। ਚਿਤ ਮੋਹਤ ਨਰ ਬਾਲ, ਜਿਹੜੇ ਨਰ ਮਨੁੱਖ ਹਨ ਤੇ ਜਿਹੜੇ ਬਾਲਕ ਬੱਚੇ ਹਨ, ਉਹਨਾਂ ਦੇ ਚਿੱਤ ਮੋਹੇ ਜਾਂਦੇ ਆ ਹਜੂਰ ਦਾ ਦਰਸ਼ਨ ਕਰਕੇ। ਚੌੜਾ ਮਸਤਕ, ਨੂਰੋ ਨੂਰ ਚਿਹਰਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ। ਜਿਹੜਾ ਵੀ ਕੋਈ ਮਨੁੱਖ ਵੇਖਦਾ, ਬੱਚਾ ਵੇਖਦਾ ਹੈ, ਉਹਦਾ ਮਨ ਆਕਰਸ਼ਿਤ ਹੋ ਜਾਂਦਾ ਹੈ, ਮੋਹਿਆ ਜਾਂਦਾ ਹੈ ਮਨ ਸਤਿਗੁਰਾਂ ਜੀ ਦਾ ਦਰਸ਼ਨ ਵੇਖ ਕਰਕੇ। ਕਮਲ ਦਲਨ ਸੇ ਦ੍ਰਿਗ ਲਲਤ, ਸੱਚੇ ਪਾਤਸ਼ਾਹ ਜੀ ਦੇ ਜਿਹੜੇ ਦ੍ਰਿਗ ਨੇਤਰ ਹਨ, ਉਹ ਐਸੇ ਲਲਿਤ ਸੁੰਦਰ ਹਨ ਜਿਵੇਂ ਕਮਲ ਫੁੱਲ ਦੀਆਂ ਚੌੜੀਆਂ ਸੁੰਦਰ ਪੰਖੜੀਆਂ ਹੁੰਦੀਆਂ ਹਨ। ਆਲਿਆ ਲਾਜ ਵਿਸਾਲ, ਸੱਚੇ ਪਾਤਸ਼ਾਹ ਜੀ ਦੇ ਨੇਤਰ ਜਿਹੜੇ ਹਨ, ਲਾਜ ਦਾ ਹੀ ਬਹੁਤ ਸਾਰਾ ਘਰ ਹਨ, ਲੱਜਾ ਦਾ ਘਰ ਹਨ ਸੱਚੇ ਪਾਤਸ਼ਾਹ ਜੀ ਦੇ ਨੇਤਰ। ਚੌਪਈ ਦਸਨ ਦਮਕ ਅਧਰਨ ਮਦ ਐਸੇ, ਮਹਾਰਾਜ ਜੀ ਦੇ ਬੁੱਲਾਂ ਵਿੱਚ ਜਿਹੜੇ ਦਸਨ ਦੰਦ ਹਨ, ਉਹ ਇਸ ਤਰ੍ਹਾਂ ਦੀ ਦਮਕ ਮਾਰਦੇ, ਇਸ ਤਰ੍ਹਾਂ ਚਮਕਦੇ ਹਨ। ਗਿਰਾ ਸਦਨ ਹੀਰਾ ਵੱਲ ਜੈਸੇ, ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦੰਦ ਇਉਂ ਚਮਕਦੇ ਆ ਜਿਵੇਂ ਮੂੰਗੇ ਦੇ ਡੱਬੇ ਵਿੱਚੋਂ। ਇਸ ਪ੍ਰਕਾਰ ਫਿਰ ਪੜੋ ਪੰਕਤੀ। ਗਿਰਾ ਸਦਨ ਹੀਰਾ ਵੱਲ ਜੈਸੇ, ਗਿਰਾ ਕਹਿੰਦੇ ਆ ਸਾਰਦਾ ਦੇਵੀ ਨੂੰ, ਜਿਹੜੀ ਹੈ ਇਸ ਪ੍ਰਕਾਰ ਸਾਰਦਾ ਦੇਵੀ ਦੇ ਘਰ ਵਿੱਚ, ਭਾਵ ਜਿਵੇਂ ਹੀਰਿਆਂ ਦੀ ਲੜੀ ਸੋਭਾ ਪਾ ਰਹੀ ਹੋਵੇ, ਇਸ ਪ੍ਰਕਾਰ ਹੀਰਿਆਂ ਦੀ ਲੜੀ ਵਾਂਗ ਮਹਾਰਾਜ ਸਾਹਿਬ ਜੀ ਦੇ ਸੁੰਦਰ ਦੰਦ ਜਿਹੜੇ ਆ ਉਹ ਚਮਕਦੇ ਹਨ। ਇਹ ਗਿਰਾ ਸਾਰਦਾ ਤੋਂ ਤਾਂ ਇਹ ਭਾਵ ਲਿਆ ਕਿਉਂਕਿ ਉਹ ਵੀ ਉੱਜਲ ਮੰਨੀ ਹੈ, ਇਸ ਕਰਕੇ ਹੀਰੇ ਜਿਹੜੇ ਆ ਉਹ ਵੀ ਉੱਜਲ ਹੁੰਦੇ ਆ। ਹਜੂਰ ਦੇ ਦੰਦ ਇਉਂ ਬੁੱਲਾਂ ਦੇ ਅੰਦਰ ਚਮਕਦੇ ਆ ਜਿਵੇਂ ਹੀਰਿਆਂ ਦੀ ਪੰਕਤੀ ਚਮਕਦੀ ਆ। ਭੁਜ ਸੁੰਦਰ ਕਰ ਸਜਤ ਕਯੂਰਾ, ਸਤਿਗੁਰੂ ਜੀ ਦੀਆਂ ਭੁਜਾਵਾਂ ਬੜੀਆਂ ਸੁੰਦਰ ਨੇ, ਗੋਡਿਆਂ ਤੱਕ ਲੰਬੀਆਂ,
ਤੇ ਮਹਾਰਾਜ ਦੇ ਡੌਲਿਆਂ ਤੇ ਬਹੁਤੇ ਬੱਜੇ ਬੜੇ ਸੁੰਦਰ ਲੱਗਦੇ ਐ। ਕਲ ਕੁੰਡਲ ਸ਼੍ਰੋਨਨ ਛਬ ਰੂਰਾ। ਕੰਨਾਂ ਦੀ ਸੁੰਦਰ ਜਿਹੜੀ ਸੋਭਾ ਹੈ, ਮਹਾਰਾਜ ਜੀ ਦੇ ਕੰਨਾਂ ਵਿੱਚ ਪਹਿਨੇ ਹੋਏ ਕੁੰਡਲ ਬੜੇ ਸੁੰਦਰ ਫੱਬਦੇ ਐ। ਜਿਹ ਹੇਰਿ ਕਰਨਾ ਕੀ ਕੋਰਾ। ਸੱਚੇ ਪਾਤਸ਼ਾਹ ਜੀ ਐਸੇ ਸੁੰਦਰ ਨੇਤਰ ਜਿਸ ਵੱਲ ਕਿਰਪਾ ਦੀ ਦ੍ਰਿਸ਼ਟੀ ਨਾਲ ਮਹਾਰਾਜ ਤੱਕਦੇ ਹਨ। ਤਾਹੇ ਭਵੋ ਦਿਦ ਤੇ ਦੇ ਧੋਰਾ। ਸੱਚੇ ਪਾਤਸ਼ਾਹ ਉਸ ਨੂੰ ਸੰਸਾਰ ਸਮੁੰਦਰ ਤੋਂ ਮਹਾਰਾਜ ਜੀ ਤਾਰ ਦਿੰਦੇ ਆ। ਗਰੀਬ ਨਵਾਜ ਜਿਹਦੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਤੱਕ ਦਿੰਦੇ ਆ ਅੰਦਰੋਂ ਸੱਚੇ ਪਾਤਸ਼ਾਹ ਜੀ ਉਹਨੂੰ ਸੰਸਾਰ ਸਮੁੰਦਰ ਤੋਂ ਹੀ ਤਾਰ ਦਿੰਦੇ, ਆਸਰਾ ਦੇ ਦਿੰਦੇ ਆ। ਇੱਕ ਬਾਸੁਰ ਕਾਗਦ ਕੁਛ ਲੀਨੇ। ਇੱਕ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੁਝ ਕਾਗਜ਼ ਜਿਹੜੇ ਐ ਉਹ ਲੈਣਾ ਕੀਤੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕੀ ਕੌਤਕ ਕਰਦੇ ਐ, ਇਹ ਆਪਾਂ ਸੋ ਕੱਲ ਨੂੰ ਫਿਰ ਪ੍ਰਸੰਗ ਸੰਪੂਰਨ ਹੋ ਜਾਏਗਾ। ਜੇ ਅੱਗੇ ਕੀਤਾ ਤੇ ਫਿਰ ਥੋੜਾ ਪ੍ਰਸੰਗ ਰਹੇਗਾ, ਇਸ ਕਰਕੇ ਆਪਾਂ ਕੱਲ ਨੂੰ ਪ੍ਰਸੰਗ ਜੋ ਹੈ ਸੰਪੂਰਨ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਕਾਗਜ਼ ਦੇ ਉੱਪਰ ਕੀ ਲਿਖਦੇ ਐ, ਮਹਾਰਾਜ ਦੇ ਪਿਤਾ ਜੀ ਪੁੱਛਦੇ ਐ, ਇਹ ਸਤਿਗੁਰੂ ਜੀ ਕੀ ਕੌਤਕ ਵਰਤਾਉਂਦੇ ਹਨ। ਕੱਲ ਦੇ ਦੀਵਾਨ ਵਿੱਚ ਇਹ ਕਥਾ ਆਵੇਗੀ, ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਜਿਹ ਹੇਰਿ ਕਰੁਣਾ ਕੀ ਕੋਰਾ। ਤਾਹੇ ਭਵੋ ਦਿਦ ਤੇ ਦੇ ਧੋਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन है सर्ब में दुख भंजन गुण तास। हे संगी है निरंकार है निर्गुण सब टेक। हे गोबिंद है गुण निधान जाकै सदा विवेक। हे अपरंपर हर हरे है पी होवन हार। हे संत कै सदा संग निधारा आधार। हे ठाकुर हूँ दासरो मैं निर्गुण गुण नहीं कोय। नानक दीजै नाम दान राखो हियै परोए। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़े सो उतरे पार। जो श्रद्धा कर सेम दे गुर पार उतारन हार। कथा निता प्रत होत है सुनो सुसिंग सुजान। नानक गुरु गोबिंद सिंह जी सदा करै कल्याण। नानक गुरु गोबिंद सिंह जी सदा करै कल्याण। वाहिगुरु जी का खालसा, वाहिगुरु जी की फतेह।